ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਆਪਾਂ ਵਿਚਾਰ ਰਹੇ ਹਾਂ। 801 ਅੰਗ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਬਚਨ ਹਨ। ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸਰਬ ਕਲਿਆਣ ਕੀਏ ਗੁਰਦੇਵ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਸਰਬ ਕਲਿਆਣ ਕੀਏ ਗੁਰਦੇਵ। ਮੇਰੇ ਗੁਰਦੇਵ ਜੀ ਨੇ, ਪੰਜਵੇਂ ਪਾਤਸ਼ਾਹ ਕਹਿੰਦੇ ਮੇਰੇ ਗੁਰੂ ਨੇ ਸਰਬ ਪ੍ਰਕਾਰ ਕਰਕੇ ਮੇਰਾ ਕਲਿਆਣ ਕਰ ਦਿੱਤਾ ਹੈ। ਕਲਿਆਣ ਮੁਕਤੀ ਨੂੰ ਕਹਿੰਦੇ ਹਨ। ਕਲਿਆਣ ਇੱਕ ਐਸੀ ਅਵਸਥਾ ਹੈ ਜਿੱਥੇ ਜਾ ਕੇ ਦੁੱਖ ਦਾ ਆਭਾਸ ਵੀ ਪ੍ਰਤੀਤ ਨਹੀਂ ਹੁੰਦਾ। ਵੈਸੇ ਮਹਾਂਪੁਰਸ਼ਾਂ ਨੇ ਕਲਿਆਣ ਦਾ ਅਰਥ ਮੁਕਤੀ ਕੀਤਾ ਤੇ ਮੁਕਤੀ ਵਿਦਵਾਨ ਜਨ 4 ਤਰ੍ਹਾਂ ਦੀ ਦੱਸਦੇ ਹੈ। 4 ਪ੍ਰਕਾਰ ਦੀ ਮੁਕਤੀ ਹੈ। ਸਰੂਪ ਮੁਕਤੀ ਹੈ, ਸਲੋਕ ਮੁਕਤੀ ਹੈ, ਸਮੀਪ ਮੁਕਤੀ ਹੈ, ਸਜੁਜ ਮੁਕਤੀ ਹੈ। ਸਰੂਪ ਮੁਕਤੀ ਜਿਹੋ ਜਿਹਾ ਇਸ਼ਟ ਹੈ ਉਹਦੇ ਵਰਗਾ ਹੋ ਜਾਣਾ, ਉਹਦੇ ਵਰਗਾ ਸਰੂਪ ਹੋ ਜਾਣਾ। ਸਲੋਕ ਮੁਕਤੀ ਜਿੱਥੇ ਇਸ਼ਟ ਰਹਿੰਦਾ ਜਿਸ ਲੋਕ ਵਿੱਚ, ਉੱਥੇ ਉਹਦੇ ਲੋਕ ਦੇ ਵਿੱਚ ਨਿਵਾਸ ਹੋ ਜਾਣਾ। ਸਮੀਪ ਮੁਕਤੀ ਆਪਣੇ ਨੇੜੇ ਰੱਖਣਾ, ਸਤਿਗੁਰਾਂ ਨੇ ਕੋਲ ਰੱਖਣਾ। ਸਜੁਜ ਮੁਕਤੀ ਵਿੱਚ ਮਿਲ ਕੇ ਏਦਾਂ ਭੇਦ ਹੋ ਜਾਣਾ ਜਿਵੇਂ ਖੰਡ ਪਾਣੀ 'ਚ ਘੁਲ ਜਾਂਦੀ ਹੈ। ਇਹ 4 ਪ੍ਰਕਾਰ ਦੀ ਮੁਕਤੀ ਹੈ। ਸਾਹਿਬ ਨੇ ਇਸ 4 ਪ੍ਰਕਾਰ ਦੀ ਮੁਕਤੀ ਤੋਂ ਇਲਾਵਾ ਮੁਕਤੀ ਦੱਸੀ ਹੈ ਜੀਵਨ ਮੁਕਤੀ। ਜਿਉਂਦਿਆਂ ਜੀ ਮੁਕਤ ਹੋ ਜਾਣ ਦੀ ਅਵਸਥਾ। ਕਈ ਮਹਾਂਪੁਰਸ਼ ਕੈਵਲ ਮੁਕਤੀ ਦਾ ਵਰਣਨ ਕਰਦੇ ਆ। ਜਦੋਂ ਸਰਬ ਕਲਿਆਣ ਕਿਹਾ ਨਾ, ਸਰਬ ਬਹੁਵਚਨ ਸ਼ਬਦ ਹੈ, ਤੇ ਕਲਿਆਣ ਦਾ ਮਤਲਬ ਜਿਤਨੀਆਂ ਵੀ ਮੁਕਤੀਆਂ ਕਹੀਆਂ ਜਾਂਦੀਆਂ ਨੇ ਸੰਸਾਰ ਵਿੱਚ, ਉਹ ਸਾਰੀਆਂ ਹੀ ਮੁਕਤੀਆਂ ਸਰਬ ਪ੍ਰਕਾਰ ਦੀ ਕਲਿਆਣ ਮੇਰੇ ਗੁਰਦੇਵ ਨੇ ਮੈਨੂੰ ਬਖਸ਼ ਦਿੱਤੀ ਹੈ। ਸਰਬ ਕਲਿਆਣ ਕੀਏ ਗੁਰਦੇਵ। ਮੇਰੇ ਗੁਰਦੇਵ ਨੇ ਸਰਬ ਪ੍ਰਕਾਰ ਕਰਕੇ ਮੇਰਾ ਕਲਿਆਣ ਕਰ ਦਿੱਤਾ ਹੈ। ਇਤਨਾ ਪਰਪੱਕ ਨਿਸ਼ਚਾ ਆਪਣੇ ਗੁਰਦੇਵ ਤੇ, ਸਰਬ ਪ੍ਰਕਾਰ ਕਰਕੇ ਮੇਰੇ ਗੁਰਦੇਵ ਨੇ ਮੇਰੀ ਕਲਿਆਣ ਕਰ ਦਿੱਤੀ ਹੈ। ਕੋਈ ਦੋ ਰਾਏ ਨਹੀਂ ਰਹੀ, ਕੋਈ ਮਨ 'ਚ ਦੁਚਿੱਤੀ ਨਹੀਂ ਰਹੀ, ਖਬਰੇ ਕੀ ਹੋਵੇਗਾ। ਮੇਰੇ ਗੁਰੂ ਪਾਤਸ਼ਾਹ ਨੇ ਮੈਨੂੰ ਸਰਬ ਪ੍ਰਕਾਰ ਕਰਕੇ ਕਲਿਆਣ ਦੀ ਦਾਤ ਬਖਸ਼ ਦਿੱਤੀ ਹੈ। ਹਾਂਜੀ। ਸੇਵਕ ਆਪਣੀ ਲਾਇਓ ਸੇਵ। ਮੈਨੂੰ ਆਪਣਾ ਸੇਵਕ ਜਾਣ ਕੇ, ਆਪਣਾ ਦਾਸਰਾ ਜਾਣ ਕੇ ਸਤਿਗੁਰੂ ਜੀ ਨੇ ਆਪਣੀ ਸੇਵਾ ਵਿੱਚ ਲਾ ਲਿਆ। ਜੇ ਕਹਾਂ ਕੋਈ ਮੇਰੀ ਘਾਲਣਾ ਸੀ, ਕੋਈ ਮੇਰਾ ਕਰਮ ਸੀ, ਨਹੀਂ। ਇਹ ਗੁਰੂ ਕੀ ਬਖਸ਼ਿਸ਼ ਹੈ, ਸਤਿਗੁਰਾਂ ਦੀ ਦਇਆ ਹੈ। ਉਹਨਾਂ ਨੇ ਸਰਬ ਪ੍ਰਕਾਰ ਕਰਕੇ ਕਲਿਆਣ ਬਖਸ਼ੀ ਹੈ ਔਰ ਆਪਣੇ ਸੇਵਕ ਨੂੰ ਆਪਣੀ ਸੇਵਾ ਵਿੱਚ ਲਾ ਲਿਆ ਹੈ। ਆਪ ਪੰਜਵੇਂ ਪਾਤਸ਼ਾਹ ਕਹਿੰਦੇ। ਹਾਂਜੀ। ਬਿਘਨ ਨਾ ਲਾਗੈ ਜਪ ਅਲਖ ਆਪੇਵਾ। ਜੋ ਨਾ ਲਖਿਆ ਜਾਣ ਵਾਲਾ ਰੱਬ ਹੈ,
ਜਿਸ ਨੂੰ ਕੋਈ ਜਾਣ ਹੀ ਨਹੀਂ ਸਕਦਾ, ਲੱਖ ਹੀ ਨਹੀਂ ਸਕਦਾ, ਉਹ ਨਾ ਲਖੇ ਜਾਣ ਵਾਲੇ ਅਭੇਵ। ਅਭੇਵ ਦਾ ਮਤਲਬ ਹੁੰਦਾ ਹੈ ਜਿਸ ਦਾ ਭਿਓ ਕੋਈ ਨਾ ਜਾਣ ਸਕੇ, ਭੇਦ ਕੋਈ ਨਾ ਜਾਣ ਸਕੇ। ਜਿਨ੍ਹਾਂ ਜਿਨ੍ਹਾਂ ਨੇ ਉਸ ਅਲਖ ਤੇ ਅਭੇਵ ਵਾਹਿਗੁਰੂ ਨੂੰ ਜਪਿਆ ਹੈ, ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਲੱਗਦਾ। ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਵਿਘਨ ਨਹੀਂ ਵਿਆਪਦਾ। ਵਿਘਨ ਬਿਨਾਸਨ ਸਭ ਦੁਖ ਦਾਸਨ, ਸਤਿਗੁਰ ਨਾਮ ਦ੍ਰਿੜਾਇਆ। ਉਹਨਾਂ ਦੇ ਸਾਰੇ ਵਿਘਨ ਸਤਿਗੁਰੂ ਜੀ ਨਿਵਾਰ ਦਿੰਦੇ ਨੇ, ਨਿਰਵਿਰਤ ਕਰ ਦਿੰਦੇ ਨੇ। ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪਦੇ, ਵਿਘਨ ਕਿੰਨੇ ਆਉਂਦੇ ਹੈ। ਬਾਣੀ ਪੜ੍ਹਦਿਆਂ ਕੋਈ ਫੁਰਨਾ ਆ ਜਾਏ, ਉਹ ਵੀ ਤਾਂ ਵਿਘਨ ਹੀ ਹੈ ਨਾ। ਸਿਮਰਨ ਕਰਦਿਆਂ ਮਾੜੇ ਖਿਆਲ ਆਉਣ ਲੱਗ ਪੈਣ, ਉਹ ਵੀ ਵਿਘਨ ਹੀ ਹੈ। ਚੰਗਾ ਕੰਮ ਕਰਦਿਆਂ ਕੋਈ ਰਸਤੇ ਚੜ੍ਹਚਣ ਆ ਜਾਏ, ਉਹ ਵੀ ਵਿਘਨ ਹੈ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪਦੇ ਨੇ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵਿਘਨ ਨਹੀਂ ਵਿਆਪਦਾ। ਧਾਰਤ ਪੁਨੀਤ ਪਾਈ ਗੁਣ ਗਾਏ। ਇੱਥੇ ਬਹਿ ਕੇ ਰੱਬ ਦੇ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦੇ ਨੇ, ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਉਹ ਧਰਤ ਪੁਨੀਤ ਹੈ। ਉਹ ਧਰਤ ਮਹਾਨ ਤੀਰਥ ਹੈ, ਜਿੱਥੇ ਕੋਈ ਬਹਿ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦਾ। ਨਿਰੰਕਾਰ ਪਰਮੇਸ਼ਰ ਦੇ ਪਿਆਰੇ ਜਿੱਥੇ ਬਹਿ ਕੇ ਪਰਮੇਸ਼ਰ ਨੂੰ ਆਰਾਧਦੇ ਨੇ, ਉਹ ਥਾਂ ਪਵਿੱਤਰ ਹੈ, ਉਹ ਜਗ੍ਹਾ ਪਾਵਨ ਹੈ। ਉਸ ਸਥਾਨ ਜਿਹਾ ਦੁਨੀਆ 'ਚ ਕੋਈ ਸੱਚਖੰਡ ਨਹੀਂ। ਜਿੱਥੇ ਰੱਬ ਦੇ ਪਿਆਰੇ ਪਰਮੇਸ਼ਰ ਦਾ ਭਜਨ ਕਰਨ, ਉਹ ਧਰਤੀ ਤੇ ਸੱਚਖੰਡ ਦੀ ਝਲਕ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਨਿਰੰਤਰ ਅਕਾਲ ਪੁਰਖ ਪਰਮੇਸ਼ਰ ਦੀ ਕੀਰਤੀ ਹੁੰਦੀ ਹੈ, ਉਹ ਸੱਚਖੰਡ ਹੈ। ਇਸ ਧਰਤੀ ਤੇ ਸੱਚਖੰਡ, ਤਦੇ ਅਸੀਂ ਸੱਚਖੰਡ ਕਹਿੰਦੇ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਤੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਹਨ, ਉਹ ਧਰਤੀ ਪੁਨੀਤ ਹੈ, ਪਵਿੱਤਰ ਹੈ। ਦੁਰਤ ਗਿਆ ਹਰ ਨਾਮ ਧਿਆਏ। ਦੁਰਤ, ਦੁਰਤ ਦੋ ਮਤਲਬ ਭੈੜੀ ਵਿਕਾਰਾਂ ਵਾਲੀ ਬਿਰਤੀ ਵਿੱਚ ਰਤੀ ਹੋਣੀ, ਲਗਾਓ ਹੋਣਾ। ਮਾੜੇ ਖਿਆਲਾਂ ਵਿੱਚ ਸੁਰਤ ਜਾਣੀ, ਉਹਨੂੰ ਕਹਿੰਦੇ ਨੇ ਦੁਰਤ। ਦੁਸ਼ਕਰਮਾਂ ਵਿੱਚ ਪ੍ਰਵਿਰਤੀ ਹੋਣੀ। ਜਦੋਂ ਹਰੀ ਪਰਮੇਸ਼ਰ ਦਾ ਨਾਮ ਧਿਆਈਏ ਤਾਂ ਨਿਰੰਕਾਰ ਦਾ ਨਾਮ ਧਿਆ ਕੇ ਇਹ ਜਿਹੜੇ ਦੁਰਤ ਦੁਸ਼ਕਰਮ ਨੇ, ਇਹ ਹਿਰਦੇ ਚੋਂ ਚਲੇ ਜਾਂਦੇ ਨੇ। ਦੁਰਤ ਚਲਿਆ ਜਾਂਦਾ ਹੈ। ਮਾੜੇ ਭੈੜੇ ਵਿਕਾਰ ਹਿਰਦੇ ਚੋਂ ਨਿਰਵਿਰਤ ਹੋ ਜਾਂਦੇ ਹਨ ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਈਏ। ਰਹਾਉ ਸਭਨੀ ਥਾਈ ਰਵਿਆ ਆਪ। ਮੇਰਾ ਵਾਹਿਗੁਰੂ ਸਭਨਾ ਥਾਵਾਂ ਤੇ ਆਪ ਰਮਿਆ ਹੋਇਆ। ਜਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਸਾਰਿਆਂ ਵਿੱਚ, ਸਾਰਿਆਂ ਵਿੱਚ ਰਮਿਆ ਹੋਇਆ ਹੈ। ਉਹਦੀ ਜੋਤ ਸਾਰਿਆਂ ਵਿੱਚ ਹੀ ਵਿਆਪਕ ਹੈ। ਸਰਬ ਥਾਈਂ ਉਹ ਰਹਿੰਦਾ ਹੈ, ਸਰਬ ਥਾਈਂ ਉਹ ਵਸਦਾ ਹੈ। ਹਾਂਜੀ। ਆਦ ਜੁਗਾਦ ਜਾ ਕਾ ਵੱਡ ਪ੍ਰਤਾਪ। ਆਦ ਪ੍ਰਾਰੰਭ ਤੋਂ, ਜੁਗਾਦ ਜੁਗਾਂ ਤੋਂ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ ਵੱਡਾ ਹੈ, ਵੱਡੇ ਤੋਂ ਵੱਡਾ ਹੈ। ਆਦ ਪ੍ਰਾਰੰਭ ਤੋਂ ਹੀ, ਮੁੱਢ ਤੋਂ ਹੀ, ਜੁਗਾਦ ਜੁਗਾਂ ਜੁਗਾਂਤਰਾਂ ਤੋਂ, ਪਤਾ ਹੀ ਨਹੀਂ ਕਿੰਨੇ ਯੁੱਗ, ਜੁਗਾਂ ਜੁਗਾਂ ਤੋਂ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰਤਾਪ ਵੱਡਾ ਹੈ। ਗੁਰ ਪ੍ਰਸਾਦ ਨਾ ਹੋਏ ਸੰਤਾਪ। ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਗੁਰੂ ਦੀ ਦਇਆ ਹੁੰਦੀ ਹੈ, ਗੁਰੂ ਦਾ ਪ੍ਰਸਾਦ ਕਹੀਏ ਕਿਰਪਾ ਹੁੰਦੀ ਹੈ, ਨਾ ਹੋਏ ਸੰਤਾਪ। ਉਹਨਾਂ ਨੂੰ ਤਪਣਾ ਨਹੀਂ ਪੈਂਦਾ।
ਸੰਤਾਪ ਦਾ ਮਤਲਬ ਤਪਣਾ ਨਹੀਂ ਪੈਂਦਾ ਕਿਸੇ ਵਿਕਾਰ ਵਿੱਚ, ਕਿਸੇ ਵਿਸ਼ੇਸ਼ ਕਰਕੇ ਦੁੱਖ। ਸੰਤਾਪ ਦਾ ਮਤਲਬ ਭਲੀ ਪ੍ਰਕਾਰ ਨਾਲ ਤਪਣਾ। ਸੰਤਾਪ, ਸੰਗ ਦਾ ਮਤਲਬ ਹੋਏਗਾ ਭਲੀ ਪ੍ਰਕਾਰ ਨਾਲ ਤਪਣਾ। ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਤਾਪ ਦੇ ਵਿੱਚ ਭਲੀ ਪ੍ਰਕਾਰ ਨਾਲ ਨਹੀਂ ਤਪਣਾ ਪੈਂਦਾ ਜਿਨ੍ਹਾਂ ਤੇ ਸਤਿਗੁਰਾਂ ਦੀ ਕਿਰਪਾ ਹੈ। ਗੁਰ ਕੇ ਚਰਨ ਲੱਗੇ ਮਨ ਮੀਠੇ। ਮੈਨੂੰ ਮੇਰੇ ਗੁਰੂ ਦੇ ਚਰਨ ਬੜੇ ਹੀ ਮਿੱਠੇ ਲੱਗਦੇ ਨੇ। ਮਿੱਠੇ, ਜਦੋਂ ਮਿੱਠੇ ਸ਼ਬਦ ਆਉਂਦਾ ਗੁਰਬਾਣੀ 'ਚ ਜਾਂ ਮਿੱਠਾ ਸ਼ਬਦ ਆਉਂਦਾ, ਉਹਦਾ ਮਤਲਬ ਹੁੰਦਾ ਪਿਆਰਾ, ਪਿਆਰੇ। ਮੈਨੂੰ ਮੇਰੇ ਗੁਰੂ ਦੇ ਚਰਨ ਬੜੇ ਹੀ ਪਿਆਰੇ ਹਨ, ਮੇਰੇ ਮਨ ਨੂੰ ਪਿਆਰੇ ਲੱਗਦੇ। ਆਪਣੇ ਗੁਰੂ ਦੇ ਚਰਨਾਂ ਤੋਂ ਵੱਧ ਪਿਆਰਾ ਮੈਨੂੰ ਕੁਝ ਵੀ ਨਹੀਂ। ਗੁਰ ਕੇ ਚਰਨ ਲੱਗੇ ਮਨ ਮੀਠੇ। ਗੁਰੂ ਦੇ ਚਰਨ ਮੇਰੇ ਮਨ ਨੂੰ ਮਿੱਠੇ ਲੱਗਦੇ ਹਨ, ਪਿਆਰੇ ਲੱਗਦੇ ਹਨ। ਨਿਰਬਿਘਨ ਹੋਏ ਸਭ ਥਾਈ ਬੂਠੇ। ਕਹਿੰਦੇ ਜਦੋਂ ਗੁਰੂ ਦੇ ਚਰਨ ਮਨ ਨੂੰ ਮਿੱਠੇ ਲੱਗੇ, ਨਿਰਵਿਘਨ ਹੋ ਗਏ, ਵੇਖਿਆ ਕਿ ਵਾਹਿਗੁਰੂ ਜੀ ਸਰਬ ਥਾਈ ਬੂਠੇ ਵਸਦੇ ਹਨ। ਉਹ ਤਾਂ ਸਰਬ ਥਾਈ ਨਿਵਾਸ ਰੱਖਦੇ ਨੇ, ਟੁੱਟਦੇ ਹਨ। ਸਭ ਸੁਖ ਪਾਏ ਸਤਿਗੁਰ ਤੂਠੇ। ਜਦੋਂ ਸਤਿਗੁਰੂ ਜੀ ਟੁੱਟਦੇ ਨੇ, ਟੁੱਟਦੇ ਨੇ, ਟੁੱਟਦੇ ਨੇ, ਰਹਿਮਤ ਦੇ ਘਰ ਵਿੱਚ ਆਉਂਦੇ ਆ ਤੇ ਸਤਿਗੁਰਾਂ ਦੇ ਟੁੱਟਦਿਆਂ ਹੀ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰੂ ਜੀ ਟੁੱਟਦੇ ਨੇ, ਬਸ ਦਇਆ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ। ਇੱਕ ਤੱਕਣੀ ਨਾਲ ਹੀ ਸਾਹਿਬ ਦੀ ਦਇਆ ਦ੍ਰਿਸ਼ਟੀ ਨਾਲ ਸਰਬ ਸੁੱਖ ਪ੍ਰਾਪਤ ਹੋ ਜਾਂਦੇ ਨੇ। ਸਭ ਸੁੱਖ ਪਾਏ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਜਦੋਂ ਸਤਿਗੁਰੂ ਜੀ ਰਹਿਮਤ ਦੇ ਘਰ ਵਿੱਚ ਆਉਂਦੇ ਹਨ। ਪਾਰ ਬ੍ਰਹਮ ਪ੍ਰਭ ਭਏ ਰਖਵਾਲੇ। ਮੇਰੇ ਪਾਰ ਬ੍ਰਹਮ ਵਾਹਿਗੁਰੂ, ਪਾਰ ਬ੍ਰਹਮ ਪਰਮੇਸ਼ਰ ਜੀ ਮੇਰੇ ਰਖਵਾਲੇ ਭਏ ਹਨ, ਮੇਰੀ ਰੱਖਿਆ ਕਰਨ ਵਾਲੇ ਹਨ। ਹਰ ਜਗ੍ਹਾ ਤੇ ਸਾਡੀ ਰੱਖਿਆ ਕਰਦੇ ਹਨ, ਐਸੇ ਰਖਵਾਲੇ ਹਨ। ਜਿੱਥੈ ਕਿਥੈ ਦੀਸਹਿ ਨਾਲੇ। ਕਿੱਥੇ ਹਰ ਜਗ੍ਹਾ ਤੇ ਹੀ ਨਾਲ ਦਿਸਦੇ ਹਨ। ਕਿਤੇ ਵੀ ਚਲੇ ਜਾਈਏ, ਕਿੱਥੇ ਵੀ ਰਹੀਏ, ਕਿੱਥੇ ਵੀ ਬੈਠੀਏ, ਕਿਤੇ ਵੀ ਜਾਈਏ, ਹਰ ਵੇਲੇ ਹਰ ਜਗ੍ਹਾ ਤੇ ਮੇਰੇ ਸਾਹਿਬ ਜੀ ਮੇਰੇ ਨਾਲ ਮੈਨੂੰ ਦਿਸਦੇ ਹਨ। ਨਾਨਕ ਦਾਸ ਖਾਸਮ ਪ੍ਰਤਪਾਲੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਾਡਾ ਖਸਮ ਸਾਡੀ ਸਾਰੇ ਸੰਸਾਰ ਦੇ ਜੀਆਂ ਦੀ ਪ੍ਰਤੀਏਕ ਜੀਵ ਦੀ ਪਾਲਣਾ ਕਰਨ ਵਾਲਾ ਪ੍ਰਤੀਪਾਲਕ ਹੈ। ਬਿਲਾਵਲ ਮਹੱਲਾ ਪੰਜਵਾ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਸੁਖ ਨਿਧਾਨ, ਪੰਜਵੇਂ ਪਾਤਸ਼ਾਹ ਕਹਿੰਦੇ ਮੇਰੇ ਪ੍ਰੀਤਮ ਪ੍ਰਭੂ ਜੀ ਸੁੱਖਾਂ ਦੇ ਨਿਧਾਨ ਖਜ਼ਾਨੇ ਹਨ। ਮੇਰੇ ਪ੍ਰਭੂ ਵਿੱਚ ਸਾਰੇ ਸੁੱਖ ਨੇ। ਸਰਬ ਸੁੱਖਾ ਬਨੇ ਤੇਰੇ ਓਲੇ। ਸਾਰੇ ਸੁੱਖ ਮੇਰੇ ਮਾਲਕ ਵਿੱਚ ਹਨ, ਮੇਰੇ ਪ੍ਰੀਤਮ ਪ੍ਰਭੂ ਵਿੱਚ ਹਨ। ਆਗਨਤ ਗੁਣ ਠਾਕੁਰ ਪ੍ਰਭ ਤੇਰੇ। ਆਗਨਤ ਗਿਣੇ ਹੀ ਨਹੀਂ ਜਾਂਦੇ। ਆਗਨਤ ਜਦੋਂ ਕਿਹਾ, ਗਨਤ ਤੋਂ ਐੜਾ ਪਹਿਲਾਂ ਲਾ ਦਿੱਤਾ। ਆਗਨਤ ਜੋ ਗਿਣੇ ਹੀ ਨਹੀਂ ਜਾ ਸਕਦੇ। ਹੇ ਵਾਹਿਗੁਰੂ ਤੇਰੇ ਗੁਣ ਇੰਨੇ ਨੇ। ਹੇ ਮੇਰੇ ਪ੍ਰਭੂ ਠਾਕੁਰ ਜੀ ਤੁਹਾਡੇ ਗੁਣ ਅਣਗਿਣਤ ਨੇ, ਗਿਣੇ ਨਹੀਂ ਜਾਂਦੇ, ਗਿਣਤੀ ਵਿੱਚ ਹੀ ਨਹੀਂ ਆਉਂਦੇ। ਕਲਗੀਧਰ ਸਵਾਮੀ ਜੀ ਫਰਮਾਨ ਕਰਦੇ ਹਨ, ਹੇ ਗਰੀਬ ਨਵਾਜ, ਹੇ ਅਕਾਲ ਪੁਰਖ, ਤੇਰੇ ਗੁਣਾਂ ਦਾ ਅੰਤ ਨਹੀਂ ਹੈ। ਗੁਰਦੇਵ ਨੇ ਇੱਕ ਪਾਵਨ ਗ੍ਰੰਥ ਰਚਿਆ ਹੈ ਜਿਸ ਗ੍ਰੰਥ ਦਾ ਨਾਮ ਹੈ ਸਰਬਲੋਹ ਪ੍ਰਕਾਸ਼। ਸਰਬਲੋਹ ਗ੍ਰੰਥ ਵੀ ਕਹਿੰਦੇ।
ਉਹਦੇ ਅੰਦਰ ਸਾਹਿਬ ਦੇ ਬਚਨ ਨੇ, ਸ਼ੇਸ਼ ਸਹਿਸ ਫੁਨ ਰਟਤ ਤਦਪ ਤੁਮ ਅੰਤ ਨਾ ਪਾਵਤ, ਕਿ ਸ਼ੇਸ਼ਨਾਗ ਆਪਣੀਆਂ 1000 ਜੀਭਾਂ ਨਾਲ ਰੋਜ਼ਾਨਾ ਹੈ ਵਾਹਿਗੁਰੂ ਤੇਰੇ ਬੇਅੰਤ ਗੁਣਾਂ ਨੂੰ ਕਥਨ ਕਰਦਾ। ਔਰ ਜਿਹੜੇ ਨਾਂ ਉਹ ਅੱਜ ਕਹਿ ਦਿੰਦਾ, ਅਗਲੇ ਦਿਨ ਫਿਰ ਨਵੇਂ ਹੁੰਦੇ ਆ, ਉਸ ਤੋਂ ਅਗਲੇ ਦਿਨ ਫਿਰ ਨਵੇਂ ਹੁੰਦੇ ਆ। ਔਰ ਜਿੰਨੇ ਨਾਮ ਉਹ ਵਰਣਨ ਕਰਦਾ, ਕਿਰਤਮ ਨਾਮ, ਕਿਰਤਮ ਨਾਮ ਹੀ ਕਹੇ ਜਾਂਦੇ ਆ ਨਾ ਸਾਰੇ, ਪਰ ਵਾਹਿਗੁਰੂ ਤਾਂ ਕਰਤਾ ਵੀ ਹੈ। ਕਿਰਤਮ ਨਾਮ ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਕਰਮ ਨਾਮ ਵਰਨਤ ਸੁਮਤ, ਕਰਮ ਨਾਮ ਕਿਰਤਮ ਨਾਮ। श्रेष्ठ मत वाले लोग परमात्मा दे कर्म नाम वर्णन करते, उन्हें आ भी कीता, आ भी दया की, आ भी कीता, आ भी गुण। उता इस सथूल मंडल में जो असी वेख्या उसका गुण वो असी कह दिता, वो भी सारे नहीं कह सके। किन्ना कुछ तो जो सथूल विच नहीं, जो अदृश्य है सूखम विच भी है, वो तो साडी सुरत, साडा शरीर, अखां, इंद्रियां उन्होंने वेख ही नहीं सकदियां, उत्थे वो किन्ना कुछ कर रहा है। इस धरती ते जो सानू दिसदा है आले दुआले, वो असी कह दिता। इस धरती तो इलावा होर किन्नियां धरतियां ने जिथे तक साडी गमता ही नहीं, पहुंच ही नहीं। इस करके वाहिगुरु निरंकार परमेश्वर दे समस्त गुण नहीं वर्णन हो सकते। तो मेरे पातशाह कहते, अगणत गुण ठाकुर प्रभ तेरे, हे प्रभु तेरे गुण अणगिणत हैं, तेरे कवण कवण गुण कह कह गावा, तू साहिब गुणी निधाना। हे वाहिगुरु जी तेरे केड़े केड़े गुण कहिए, केड़े केड़े गुणां नूं कथन करिए। तू बेअंत गुणां दा खजाना मालक है। मोहे अनाथ तुमरी शरण आई, मैं अनाथ हाँ वाहिगुरु, मेरा कोई वाली नहीं तेरे बिना, मैं तेरी शरण विच हाँ, अनाथ हाँ। और हे वाहिगुरु जी तुहाडी शरण विच हाँ। कर किरपा हर चरण त्याई, हे प्रभु मेरे ते किरपा करो, दया करो, मैं तुहाडे चरणां नूं ध्यावां, तुहाडे चरणां दी आराधना करां, तुहाडे चरणां विच ही अपनी सुरत जोड़ा। दया करो बसो मान आए, महाराज दया करो, महाराज दया करो, मेरे मन च आके बसो। दया करो बसो मन आए, महाराज दया करो, महाराज स्वामी जी मेरे मन विच आके बस जाओ। मोहे निर्गुण लीजै लाड़ लाए, महाराज मैं निर्गुण आ रहा हाँ, मेरे च कोई गुण नहीं। मोहे निर्गुण, मैं निर्गुण आ रहा हाँ, एक भी गुण नहीं। कृपा करके अपने पल्ले चला लो महाराज, अपना आसरा मैनू बख्श दियो। रहाओ प्रभ चित आवे ता कैसी पीड़, जिन्हां नूं प्रभु चेते आउंदा है उन्हां नूं किवें किसे प्रकार दी भीड़ व्याप सकती है। रब चेते आ जावे, जिन्हां नूं प्रभु चेते आवे उन्हां नूं किवें किसे प्रकार दी भीड़ व्याप सकती है। कैसी भीड़, वो किवें किसे भीड़ करके आहत हो सकते हैं। हर सेवक नाही जाम पीड़ा, जेड़े हरि दे सेवक हन उन्हां नूं जम नहीं पीड़ दे, नाही जम पीड़, जम नहीं पीड़ दे उन्हां नूं, जम उन्हां ते हावी नहीं हुंदे जेड़े हरि के सेवक हन। सरब दुख हर सिमरत नसे, हरि वाहिगुरु परमेश्वर दे सिमरन नाल सारे दुख नस जाते हैं। सरब दुख हर सिमरत नसे, नष्ट हो जाते ने, नस जाते हैं।
ਹਰੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਿਆਂ ਸਾਰੇ ਹੀ ਦੁੱਖ ਨਿਰਵਿਰਤ ਹੋ ਜਾਂਦੇ ਹਨ। ਜਾ ਕੈ ਸੰਗ ਸਦਾ ਪ੍ਰਭ ਵਸੈ। ਕਹਿੰਦੇ ਜਿਨ੍ਹਾਂ ਦੇ ਨਾਲ ਉਹ ਪ੍ਰਭੂ ਸਦਾ ਹੀ ਵਸਦਾ ਹੈ। ਉਹ ਕੌਣ ਨੇ ਭਾਈ? ਜਿਹੜੇ ਸਿਮਰਨ ਕਰਦੇ ਆ, ਉਹਨਾਂ ਨਾਲ ਹਰ ਵੇਲੇ ਹੀ ਵਾਹਿਗੁਰੂ ਜੀ ਵਸਦੇ ਆ। ਸਦਾ ਅੰਗ ਸੰਗੇ ਭੰਗੰ ਵਿਭੂਤੇ ਵਾਲੀ ਖੇਡ ਉਹਨਾਂ ਨੂੰ ਹਰ ਵੇਲੇ ਹੀ ਆਪਣੇ ਨਾਲ ਮਹਿਸੂਸ ਹੁੰਦੀ ਹੈ। ਪ੍ਰਭ ਕਾ ਨਾਮ ਮਾਨ ਤਨ ਆਧਾਰ। ਮੇਰੇ ਪ੍ਰਭੂ ਦਾ ਨਾਮ ਹੀ ਮੇਰੇ ਮਨ ਤੇ ਮੇਰੇ ਤਨ ਦਾ ਆਧਾਰ ਹੈ, ਆਸਰਾ ਹੈ। ਮੇਰੇ ਪ੍ਰਭੂ ਦਾ ਨਾਮ ਹੀ ਮੇਰੇ ਮਨ ਔਰ ਮੇਰੇ ਤਨ ਦਾ ਆਧਾਰ ਕਹੀਏ, ਆਸਰਾ ਹੈ। ਬਿਸਰਤ ਨਾਮ ਹੋਵਤ ਤਨ ਛਾਰ। ਜਿਨ੍ਹਾਂ ਨੂੰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ, ਉਹ ਜਾਣ ਲੈਣ ਕਿ ਤਨ ਤਾਂ ਛਾਰ ਹੋ ਜਾਣਾ। ਉਹ ਸੁਆਹੀ ਨੇ, ਖੇਈ ਨੇ, ਕਿਸੇ ਕੰਮ ਦੇ ਨਹੀਂ। ਉਹਨਾਂ ਦੇ ਤਨ ਕਿਸੇ ਕੰਮ ਦੇ ਨਹੀਂ, ਖੇਈ ਨੇ। ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਿਸਰਿਆ ਹੋਇਆ ਹੈ। ਪ੍ਰਭ ਚਿਤ ਆਏ ਪੂਰਨ ਸਭ ਕਾਜ। ਜਿਨ੍ਹਾਂ ਨੂੰ ਪ੍ਰਭੂ ਚੇਤੇ ਆਉਂਦਾ ਹੈ ਭਾਈ, ਉਹਨਾਂ ਦੇ ਸਾਰੇ ਕੰਮ ਪੂਰਨ ਹੋ ਜਾਂਦੇ ਹਨ। ਸਾਰੇ ਕਾਰਜ ਉਹਨਾਂ ਦੇ ਪੂਰਨ ਹੋ ਜਾਂਦੇ ਆ। ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ। ਜਿਨ੍ਹਾਂ ਨੂੰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਚੇਤੇ ਆਉਂਦਾ ਹੈ, ਉਹਨਾਂ ਦੇ ਸਾਰੇ ਕਾਰਜ ਪੂਰਨ ਹੋ ਜਾਂਦੇ ਹਨ। ਹਰ ਬਿਸਰਤ ਸਭ ਕਾ ਮੁਹਤਾਜ। ਜਿਨ੍ਹਾਂ ਨੂੰ ਹਰੀ ਵਿਸਰਦਾ ਹੈ, ਉਹਨਾਂ ਨੂੰ ਸਭ ਦਾ ਮੁਹਤਾਜ ਹੋਣਾ ਪੈਂਦਾ, ਜਣੇ ਖਣੇ ਦਾ ਮੁਹਤਾਜ ਹੋਣਾ ਪੈਂਦਾ। ਹਰ ਬਿਸਰਤ ਸਭ ਕਾ ਮੁਹਤਾਜ। ਜਣੇ ਜਣੇ ਦੀਆਂ ਜੀ ਜਿਹੜੀਆਂ ਕਰਨੀਆਂ ਪੈਂਦੀਆਂ ਉਹਨੂੰ ਭਾਈ, ਜਿਨ੍ਹਾਂ ਨੂੰ ਰੱਬ ਵਿਸਰ ਜਾਏ। ਬੰਦੇ ਬੰਦੇ ਦੀ ਮੁਹਤਾਜੀ ਖੱਟਣੀ ਪੈਂਦੀ ਹੈ। ਮੁਹਤਾਜ ਹੋਣਾ ਕਿਸੇ ਦਾ ਕਿਤਨਾ ਦੁਖਦਾਈ ਹੁੰਦਾ ਹੈ। ਕਿਸੇ ਦਾ ਮੁਹਤਾਜ ਹੋਣਾ, ਸਰੀਰ ਕੰਮ ਨਾ ਕਰੇ, ਕਿਸੇ ਦਾ ਮੁਹਤਾਜ ਹੋਣਾ ਪੈ ਜੇ, ਕਿਤਨਾ ਦੁਖਦਾਈ। ਅਕਸਰ ਗੁਰੂ ਘਰਾਂ ਵਿੱਚ ਆ ਕੇ ਲੋਕ ਅਰਦਾਸ ਕਰਾਉਂਦੇ ਹੈ, ਮਹਾਰਾਜ ਜੀ ਕਿਸੇ ਦਾ ਮੁਹਤਾਜ ਨਾ ਹੋਣਾ ਪਵੇ, ਆਪਣੇ ਸਰੀਰ ਦੀ ਕਿਰਿਆ ਕਰਨ ਜੋਗਾ ਰੱਖੀ। ਕਿਉਂ? ਮੁਹਤਾਜ ਹੋਣਾ ਬੜਾ ਦੁਖਦਾਈ ਹੈ। ਕੇਵਲ ਸਰੀਰ ਕਰਕੇ ਨਹੀਂ, ਹੋਰ ਵੀ ਕਈ ਪ੍ਰਕਾਰ ਨਾਲ ਮੁਹਤਾਜੀ ਹੁੰਦੀ। ਕਿਸੇ ਦੇ ਅਧੀਨ ਹੋਣਾ, ਪਰਾਧੀਨ ਹੋਣਾ। ਮੁਹਤਾਜ ਮਤਲਬ ਪਰਾਧੀਨ ਹੋਣਾ, ਤੇ ਪਰਾਧੀਨ ਹੋਣਾ ਕਦੇ ਵੀ ਸੁਖਦਾਈ ਨਹੀਂ ਹੁੰਦਾ। ਜੋ ਸੁਤੰਤਰ ਰਹਿਣ ਵਿੱਚ ਹੈ, ਤੋ ਜਿਨ੍ਹਾਂ ਨੂੰ ਹਰੀ ਵਿਸਰ ਜਾਂਦਾ, ਉਹਨਾਂ ਨੂੰ ਸਭ ਦਾ ਮੁਹਤਾਜ ਹੋਣਾ ਪੈਂਦਾ। ਜਣੇ ਖਣੇ ਦੀ ਮੁਹਤਾਜੀ ਖੱਟਣੀ ਪੈਂਦੀ ਹੈ। ਚਾਰਨ ਕਮਲ ਸੰਗ ਲਾਗੀ ਪ੍ਰੀਤ। ਜਿਨ੍ਹਾਂ ਦੀ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਪ੍ਰੀਤ ਲੱਗੀ ਹੈ। ਚਰਨ ਕਮਲ ਸੰਗ ਲਾਗੀ ਪ੍ਰੀਤ। ਜਿਨ੍ਹਾਂ ਦੀ ਉਸ ਨਿਰੰਕਾਰ ਵਿਧਾਤੇ ਪਾਰ ਬ੍ਰਹਮ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਪ੍ਰੀਤ ਲੱਗੀ ਹੈ। ਬਿਸਰ ਗਈ ਸਭ ਦੁਰਮਤ ਰੀਤ। ਉਹਨਾਂ ਦੇ ਅੰਦਰੋਂ ਜਿੰਨੀ ਖੋਟੀ ਮੱਤ ਹੈ ਨਾ, ਦੁਰਮਤ, ਭੈੜੀ ਮੱਤ, ਉਹ ਵਿਸਰ ਜਾਂਦੀ ਹੈ। ਉਹਨਾਂ ਅੰਦਰੋਂ ਖੋਟੀ ਮੱਤ ਵਿਸਰ ਜਾਂਦੀ ਹੈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦੇ ਚਰਨ ਕਮਲਾਂ ਦੀ ਪ੍ਰੀਤ ਹੈ, ਉਹਨਾਂ ਅੰਦਰੋਂ ਖੋਟੀ ਮੱਤ, ਭੈੜੀ ਮੱਤ ਨਿਰਵਿਰਤ ਹੋ ਜਾਂਦੀ ਹੈ। ਮਾਨ ਤਨ ਅੰਤਰ ਹਰ ਹਰ ਮੰਤ। ਜਿਨ੍ਹਾਂ ਦੇ ਮਨ ਔਰ ਤਨ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਤਰ ਹੈ। ਮੰਤਰ ਕਿਹੜਾ? ਜਿਹੜਾ ਗੁਰੂ ਨੇ ਦਿੱਤਾ ਹੋਵੇ। ਮੰਤਰ ਕਿਹਨੂੰ ਕਹਿੰਦੇ ਆ? ਜਿਹੜਾ ਗੁਪਤ ਹੋਵੇ, ਜਿਹੜਾ ਪ੍ਰਗਟ ਹੋ ਜਾਏ ਉਹਨੂੰ ਮੰਤਰ ਨਹੀਂ ਕਹਿੰਦੇ। ਫਿਰ ਤੋਂ ਜ਼ਾਹਰ ਹੋ ਗਿਆ।
ਜੋ ਸਤਿਗੁਰੂ ਜੀ ਨੇ ਸਾਨੂੰ ਮੰਤਰ ਦਿੱਤਾ ਹੈ, ਇਹ ਰੱਬ ਦੇ ਪਿਆਰਿਆਂ ਦੇ ਮਨ ਤੇ ਤਨ ਵਿੱਚ ਵਸਦਾ ਹੈ। ਰਸਨਾ ਤੇ ਵੀ ਹੈ ਵਾਹਿਗੁਰੂ, ਇਹ ਤਨ ਹੈ। ਫਿਰ ਇਸ ਤਨ ਅੰਦਰ ਮਨ ਹੈ, ਉਸ ਮਨ ਵਿੱਚ ਵੀ ਵਾਹਿਗੁਰੂ 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 ਦਾ ਚਿੰਤਨ ਹੈ। ਇਸ ਤਰ੍ਹਾਂ ਰੱਬ ਦੇ ਪਿਆਰਿਆਂ ਦੇ ਮਨ ਔਰ ਤਨ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਤਰ ਵਸਦਾ ਹੈ। ਨਾਨਕ ਭਗਤਨ ਕੈ ਘਰ ਸਦਾ ਆਨੰਦ। ਧੰਨ 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 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਭਗਤਾਂ ਦੇ ਹਿਰਦਿਆਂ ਵਿੱਚ, ਘਰਾਂ ਵਿੱਚ ਸਦਾ ਹੀ ਆਨੰਦ ਹੈ। ਹਿਰਦੇ ਰੂਪੀ ਘਰਾਂ ਵਿੱਚ ਤੇਰਾ ਘਰ ਆਨੰਦ ਵਧਾਈ ਤੁਧ ਘਰ। ਰੱਬ ਦੇ ਪਿਆਰੇ ਭਗਤਾਂ ਦੇ ਹਿਰਦੇ ਜਿਹੜੇ ਨੇ ਉਹ ਰੱਬ ਦਾ ਘਰ ਹੈ। ਉਸ ਘਰ ਦੇ ਵਿੱਚ ਫਿਰ ਸਦਾ ਹੀ ਆਨੰਦ ਹੈ, ਸਦਾ ਹੀ ਖੇੜਾ ਹੈ, ਸਦਾ ਹੀ ਵਿਗਾਸ ਹੈ। ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਅੰਦਰ ਸਦਾ ਹੀ ਖੇੜਾ, ਸਦਾ ਹੀ ਆਨੰਦ ਹੈ, ਸਦਾ ਹੀ ਵਿਗਾਸ ਹੈ। ਰੱਬ ਦੇ ਪਿਆਰਿਆਂ ਦੇ ਹਿਰਦੇ ਹਮੇਸ਼ਾ ਖਿੜੇ ਰਹਿੰਦੇ ਹੈ। ਉਹਨਾਂ ਦੇ ਹਿਰਦੇ ਰੂਪੀ ਘਰਾਂ ਵਿੱਚ ਸਦਾ ਆਨੰਦ ਵਰਤਦਾ ਹੈ। ਇਹ ਸਤਿਗੁਰਾਂ ਦੇ ਪਾਵਨ ਸ਼ਬਦ ਲੜੀਵਾਰ ਕਥਾ ਹੈ। ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸਮੂਹ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਅਰਦਾਸ ਕਰਨੀ ਕਿ ਅੱਗੇ ਵਾਸਤੇ ਸਤਿਗੁਰੂ ਜੀ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ 2 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਮਦ ਦਾ ਦਿਨ ਮਨਾਇਆ ਜਾ ਰਿਹਾ ਹੈ। ਜਿਸ ਦਿਨ ਸਤਿਗੁਰੂ 9ਵੇਂ ਗੁਰਦੇਵ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਤੋਂ ਚੱਲ ਕੇ ਸ੍ਰੀ ਮੋਤੀ ਬਾਗ ਸਾਹਿਬ ਚਰਨ ਪਾਏ, ਉਹ ਦਿਨ ਹਰ ਸਾਲ ਸਮੂਹ ਇਲਾਕਾ ਨਿਵਾਸੀ, ਸ਼ਹਿਰ ਨਿਵਾਸੀ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ। 2 ਅਕਤੂਬਰ ਨੂੰ ਰਾਤਰੀ ਦੇ ਦੀਵਾਨ ਸਜਣਗੇ। ਸਜੇ ਹੋਏ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘ, ਕਥਾਕਾਰ ਸਿੰਘ ਹਾਜ਼ਰੀਆਂ ਭਰਨਗੇ। ਆਪ ਜੀ ਨੇ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਇੰਨੀਆਂ ਬੇਨਤੀਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਸਮੁੱਚੀ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।